ਸਤਿ ਸ਼੍ਰੀ ਅਕਾਲ ਜੀ। ਪਿਛਲੀਆਂ ਦੋ ਵੀਡੀਓਜ਼ ਪਰਮਾਤਮਾ ਦੇ ਅਕਥ ਅਤੇ ਬੇਅੰਤ ਹੋਣ ਦੇ ਸੰਬੰਧ ਵਿੱਚ ਮੈਂ ਪਹਿਲਾਂ ਦੋ ਵੀਡੀਓਜ਼ ਬਣਾ ਚੁੱਕਿਆ ਹਾਂ। ਪਰਮਾਤਮਾ ਅਕਥ ਹੈ, ਉਸ ਦੀ ਕੋਈ ਕਥਾ ਨਹੀਂ ਕਰ ਸਕਦਾ। ਪਰਮਾਤਮਾ ਬੇਅੰਤ ਹੈ, ਉਸ ਦਾ ਕੋਈ ਅੰਤ ਨਹੀਂ ਪਾ ਸਕਦਾ। ਅੱਜ ਦੀ ਜਿਹੜੀ ਮੈਂ ਵੀਡੀਓ ਬਣਾ ਰਿਹਾ ਹਾਂ, ਇਹਦੇ ਵਿੱਚ ਮੈਂ ਪਰਮਾਤਮਾ ਦੇ ਸੰਬੰਧ ਦੇ ਵਿੱਚ ਜੋ ਦੋ ਟੌਪਿਕ ਚੁਣੇ ਹਨ, ਦੋ ਗੁਣ ਚੁਣੇ ਹਨ, ਦੋ ਸ਼ਬਦ ਚੁਣੇ ਹਨ, ਉਹ ਹੈ ਅਲੱਖ ਅਤੇ ਅਭੇਦ। ਅਲੱਖ ਦਾ ਮਤਲਬ ਹੁੰਦਾ ਹੈ ਜਿਹੜਾ ਦਿਖਾਈ ਨਹੀਂ ਦਿੰਦਾ, ਇਨਵਿਜ਼ੀਬਲ ਹੈ, ਜਿਹੜਾ ਇਨਸਾਨ ਦੀ ਸਮਝ ਤੋਂ ਪਰੇ ਹੈ। ਅਭੇਦ ਮੀਨਸ ਪਰਮਾਤਮਾ ਦੇ ਭੇਦ ਕੋਈ ਨਹੀਂ ਖੋਲ ਸਕਦਾ, ਕੋਈ ਨਹੀਂ ਦੱਸ ਸਕਦਾ ਪਰਮਾਤਮਾ ਕਿਹੋ ਜਿਹਾ ਹੈ। ਇਸ ਦੇ ਸੰਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜੋ ਤੁਕਾਂ ਲਿਖੀਆਂ ਹੋਈਆਂ ਹਨ, ਉਹਨਾਂ ਦੇ ਸੰਬੰਧ ਵਿੱਚ ਉਹਨਾਂ ਨੂੰ ਲੈ ਕੇ ਅੱਜ ਮੈਂ ਤੁਹਾਡੇ ਨਾਲ ਪਰਮਾਤਮਾ ਦੇ ਅਲੱਖ ਅਤੇ ਅਭੇਦ ਹੋਣ ਦੇ ਸੰਬੰਧ ਵਿੱਚ ਮੈਂ ਜ਼ਿਕਰ ਕਰਨ ਲੱਗਿਆ ਹਾਂ, ਚਰਚਾ ਕਰਨ ਲੱਗਿਆ ਹਾਂ। ਸਭ ਇੱਕੋ ਇੱਕ ਵਰਤਦਾ, ਅਲੱਖ ਨਾ ਲਖਿਆ ਜਾਏ। ਸਾਰਿਆਂ ਪਾਸੇ ਇੱਕ ਪਰਮਾਤਮਾ ਵਰਤ ਰਿਹਾ ਹੈ, ਸਾਰਿਆਂ ਪਾਸੇ ਇੱਕ ਪਰਮਾਤਮਾ ਹੀ ਕੰਮ ਕਰ ਰਿਹਾ ਹੈ, ਪਰੰਤੂ ਉਹ ਕੀ ਹੈ? ਅਲੱਖ ਹੈ। ਉਹ ਅਦ੍ਰਿਸ਼ ਹੋ ਕੇ ਸਾਰਿਆਂ ਨੂੰ ਕੰਟਰੋਲ ਕਰਦਾ ਹੈ, ਅਦ੍ਰਿਸ਼ ਹੋ ਕੇ ਸਾਰਿਆਂ 'ਤੇ ਹੁਕਮ ਚਲਾਉਂਦਾ ਹੈ, ਸਾਰਿਆਂ ਨੂੰ ਚਲਾ ਰਿਹਾ ਹੈ। ਅਲੱਖ ਨਾ ਲਖਿਆ ਜਾਏ, ਲੇਕਿਨ ਉਹ ਆਪ ਜਿਹੜਾ ਹੈ ਦਿਖਾਈ ਨਹੀਂ ਦਿੰਦਾ। ਕਾਇਆ ਅੰਦਰ ਆਪੇ ਵਸੇ, ਅਲੱਖ ਨਾ ਲਖਿਆ ਜਾਏ। ਇਸ ਕਾਇਆ ਦੇ ਅੰਦਰ, ਇਸ ਸਰੀਰ ਦੇ ਅੰਦਰ ਜਿਹੜਾ ਪਰਮਾਤਮਾ ਹੈ ਖੁਦ ਆਪ ਵਸਦਾ ਹੈ, ਪਰੰਤੂ ਜਿਹੜਾ ਦਿਖਾਈ ਨਹੀਂ ਦਿੰਦਾ, ਇਸ ਕਰਕੇ ਉਸ ਨੂੰ ਨਹੀਂ ਦੇਖਿਆ ਜਾ ਸਕਦਾ। ਅੰਤਰ ਅਲਖ ਨਾ ਜਾਈ, ਵਿੱਚ ਪੜਦਾ ਹੈ ਹਉਮੈ ਪਾਈ। ਜੇ ਅੰਤਰ ਕਿੱਥੇ? ਇਨਸਾਨ ਦੇ ਅੰਦਰ ਜਿਹੜਾ ਅਲੱਖ ਹੈ, ਇਨਵਿਜ਼ੀਬਲ ਹੈ, ਜਿਹੜਾ ਦਿਖਾਈ ਨਹੀਂ ਦਿੰਦਾ, ਉਹ ਇਨਸਾਨ ਦੇ ਅੰਦਰ ਵਸਦਾ ਹੈ। ਵਿੱਚ ਪੜਦਾ ਹਉਮੈ ਪਾਏ ਜੀਓ। ਲੇਕਿਨ ਜਿਹੜੀ ਸਾਡੇ ਅੰਦਰ ਮੈਂ ਦੀ ਹੈ, ਹਉਮੈ ਹੈ, ਜਿਹੜਾ ਸਾਡੇ ਅੰਦਰ ਹੰਕਾਰ ਹੈ, ਉਹ ਅਤੇ ਸਾਡੇ ਤੇ ਪਰਮਾਤਮਾ ਦੇ ਵਿੱਚ ਪੜਦਾ ਪਿਆ ਹੋਇਆ ਹੈ। ਉਹ ਇੱਕੋ ਇੱਕ ਪੜਦਾ ਹੈ ਜਿਹੜਾ ਗਿਰਦਿਆਂ ਹੀ ਪਰਮਾਤਮਾ ਆਪਣੇ ਦਰਸ਼ਨ ਦੇ ਦਿੰਦਾ ਹੈ। ਅਲਖ ਅਪਿਓ ਹਰ ਰਿਹਾ ਸਮਾਏ, ਉਪਾਏ ਨਾ ਕੀਤੀ ਪਾਇਆ ਜਾਏ। ਫਿਰ ਜਿਹੜਾ ਲਿਖਿਆ ਗਿਆ ਹੈ ਪਰਮਾਤਮਾ ਅਲਖ ਅਪਿਓ, ਅਪਿਓ ਦਾ ਮਤਲਬ ਹੁੰਦਾ ਹੈ ਜਿਹੜਾ ਅਖੋਜ, ਜਿਹਦੀ ਜਿੰਨੀ ਮਰਜ਼ੀ ਖੋਜ ਕਰ ਲਈਏ, ਜਿਸ ਦਾ ਅਸੀਂ ਅੰਤ ਨਹੀਂ ਪਾ ਸਕਦੇ, ਜੋ ਦਿਖਾਈ ਨਹੀਂ ਦਿੰਦਾ। ਹਰ ਰਿਹਾ ਸਮਾਏ, ਉਹ ਹਰ ਜਗ੍ਹਾ, ਐਸੀ ਕੋਈ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਨਾ ਹੋਵੇ। ਹਰ ਜਗ੍ਹਾ ਸਮਾਇਆ ਹੋਇਆ ਹੈ, ਰਮਿਆ ਹੋਇਆ ਹੈ। ਇਸੇ ਕਰਕੇ ਪਰਮਾਤਮਾ ਨੂੰ ਰਾਮ ਕਰਕੇ ਵੀ ਸੰਬੋਧਨ ਕੀਤਾ ਜਾਂਦਾ ਹੈ। ਰਾਮ ਦਾ ਮਤਲਬ ਹੁੰਦਾ ਹੈ ਰਮਿਆ ਹੋਇਆ, ਸਮਾਇਆ ਹੋਇਆ। ਹਰ ਇਨਸਾਨ ਦੇ ਅੰਦਰ, ਹਰ ਚੀਜ਼ ਦੇ ਅੰਦਰ ਜੋ ਪਰਮਾਤਮਾ ਹੈ ਉਹ ਸਮਾਇਆ ਹੋਇਆ ਹੈ। ਮੇਰਾ ਪ੍ਰਭ ਅਲਖ ਨਾ ਜਾਈ ਲਖਿਆ, ਗੁਰਮੁਖ ਅਕਥ ਕਹਾਣੀ। ਜਿਹੜਾ ਮੇਰਾ ਪਰਮਾਤਮਾ ਹੈ ਉਹ ਦਿਖਾਈ ਨਹੀਂ ਦਿੰਦਾ, ਅਲੱਖ ਹੈ, ਦਿਖਾਇਆ ਨਹੀਂ ਜਾ ਸਕਦਾ। ਜਿਹੜੀ ਗੁਰਮੁਖ, ਜਦੋਂ ਇਨਸਾਨ ਗੁਰਮੁਖ ਹੋ ਜਾਂਦਾ ਹੈ, ਜਿਸ ਦਾ ਮਨ ਪਰਮਾਤਮਾ ਨਾਲ ਜੁੜ ਜਾਂਦਾ ਹੈ, ਅਤੇ ਉਹ ਵੀ ਇਹੀ ਗੱਲ ਕਹਿੰਦਾ ਹੈ, ਪਰਮਾਤਮਾ ਜੋ ਹੈ ਉਹ ਅਕਥ, ਉਹਦੀ ਜਿਹੜੀ ਕਹਾਣੀ ਹੈ ਉਹ ਅਕਥ ਹੈ, ਬਿਆਨ ਦੁਆਰਾ ਨਹੀਂ ਦੱਸੀ ਜਾ ਸਕਦੀ। ਇਸ ਗੁਫਾ ਮੈਂ ਅਖੁੱਟ ਭੰਡਾਰਾ, ਤਿਸ ਵਿੱਚ ਵਸੇ ਹਰ ਅਲਖ ਅਪਾਰਾ। ਇਸ ਗੁਫਾ ਅੰਦਰ ਅਖੁੱਟ ਭੰਡਾਰਾ। ਉਹ ਗੁਫਾ ਕਿਹੜੀ ਹੈ? ਉਹ ਇਨਸਾਨ ਦੇ ਮਨ ਦੇ ਅੰਦਰ ਹੈਗੀ ਹੈ, ਜਿਸ ਨੂੰ ਕਹਿੰਦੇ ਨੇ 10ਵਾਂ ਦੁਆਰ ਹੈ। ਉਹ ਜਿਹੜੀ ਹੈ ਬੇਅੰਤ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਦੇ ਅੰਦਰ ਕਿੰਨਾ ਵੱਡੇ ਹੈ, ਕਿੰਨੇ ਭੰਡਾਰੇ ਹੈ, ਕੋਈ ਕੁਛ ਨਹੀਂ ਦੱਸ ਸਕਦਾ। ਉਹਦੇ ਵਿੱਚ ਅਖੁੱਟ ਭੰਡਾਰੇ ਨੇ, ਅਖੁੱਟ ਭੰਡਾਰਾ। ਉਸ ਦੇ ਵਿੱਚ ਪਰਮਾਤਮਾ ਆਪ ਖੁਦ ਆਪ ਵਸਦਾ ਹੈ। 10ਵੇਂ ਦੁਆਰ ਦੇ ਵਿੱਚ, ਉਸ ਗੁਫਾ ਦੇ ਵਿੱਚ ਜਿਹੜਾ ਦਿਖਾਈ ਨਹੀਂ ਦਿੰਦਾ ਹੈ, ਉਹ ਜਿਹੜਾ ਹੈ ਇਨਸਾਨ ਦੇ ਅੰਦਰ ਆਪ ਸਮਾਇਆ ਹੋਇਆ ਹੈ। ਅਪਾਰਾ ਮੀਨਸ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜੋ ਲਿਮਿਟਲੈਸ ਹੈ। ਉਸ ਦੇ ਬਾਰੇ ਮੈਂ ਪਹਿਲਾਂ ਜ਼ਿਕਰ ਕਰ ਸਕਿਆ। ਪਰਮਾਤਮਾ ਜਿਹੜਾ ਹੈ ਬੇਅੰਤ ਹੈ, ਉਸ ਦਾ ਕੋਈ ਇਨਸਾਨ ਇਸ ਦੁਨੀਆ 'ਤੇ ਅੰਤ ਨਹੀਂ ਪਾ ਸਕਦਾ। ਅੰਤਰ ਅਲਖ ਨਾ ਜਾਈ ਲਖਿਆ, ਨਾਮ ਰਤਨ ਲੈ ਗੁੱਝਾ ਦਰਿਆ। ਅੰਤਰ, ਇਨਸਾਨ ਦੇ ਅੰਦਰ ਜਿਹੜਾ ਸਾਡਾ ਮਨ ਹੈ, ਉਹ ਮਨ ਦੀਆਂ ਅੱਗੇ ਪਤਾ ਨਹੀਂ ਕਿੰਨੀਆਂ ਪਰਤਾਂ ਨੇ। ਉਹ ਪਰਤਾਂ ਜਿਉਂ-ਜਿਉਂ ਉਖੜਨਗੀਆਂ, ਉਹ ਗੁਫਾ ਦਿਖਾਈ ਦਿੰਦੀ ਹੈ। ਉਸ ਗੁਫਾ ਦੇ ਅੰਦਰ ਜਿਹੜਾ ਪਰਮਾਤਮਾ ਹੈ, ਅਲਖ ਅਪਾਰਾ ਹੈ, ਜਿਹੜਾ ਉਹ ਬੇਅੰਤ ਹੈ, ਉਹ ਆਪ ਵਸਦਾ ਹੈ। ਨਾਮ ਰਤਨ ਲੈ ਗੁੱਝਾ ਦਰਿਆ। ਜਿਹੜਾ ਪਰਮਾਤਮਾ ਦੇ ਨਾਮ ਦਾ ਰਤਨ ਹੈ, ਪਰਮਾਤਮਾ ਦਾ ਰਤਨ ਹੈ, ਉਹ ਇਨਸਾਨ ਦੇ ਅੰਦਰ ਬਹੁਤ ਡੂੰਘਾ,
ਬਹੁਤ ਗੁੱਝਾ ਰੱਖਿਆ ਹੋਇਆ ਹੈ। ਜੋ ਇਨਸਾਨ ਆਪਣੀ ਖੋਜ ਕਰੇਗਾ ਉਸ ਨੂੰ ਉਹ ਰਤਨ ਦਿਖਾਈ ਦੇ ਜਾਏਗਾ, ਪਰੰਤੂ ਉਹ ਉਸ ਦੇ ਬਾਰੇ ਕੁਛ ਨਹੀਂ ਦੱਸ ਸਕਦਾ। ਠਾਡਾ ਬ੍ਰਹਮਾ ਨਿਗਮ ਵਿਚਾਰੇ ਅਲਖ ਨਾ ਲਖਿਆ ਜਾਈ। ਠਾਡਾ ਬ੍ਰਹਮਾ ਠਾਡਾ ਬ੍ਰਹਮਾ ਨਿਗਮ ਵਿਚਾਰੇ। ਠਾਡਾ ਬ੍ਰਹਮਾ ਜਿਹੜਾ ਬ੍ਰਹਮਾ ਹੈ ਉਹ ਵੀ ਖੜਾ ਖੜਾ ਜਿਹੜੇ ਵੇਦਾਂ ਦਾ ਵਿਚਾਰ ਕਰੀ ਜਾਂਦਾ ਹੈ। ਨਿਗਮ ਕਹਿੰਦੇ ਨੇ ਵੇਦਾਂ ਨੂੰ, ਉਹਨਾਂ ਦਾ ਸਾਰਿਆਂ ਦਾ ਵਿਚਾਰ ਕਰਦਾ ਹੈ, ਪਰੰਤੂ ਅਲਖ ਨਾ ਲਖਿਆ ਜਾਏ। ਉਹ ਵੀ ਖੜਾ ਹੋ ਕੇ ਇੰਨੇ ਵੇਦਾਂ ਦਾ ਵਿਚਾਰ ਕਰਦਾ ਹੈ, ਪਰੰਤੂ ਜਿਹੜਾ ਪਰਮਾਤਮਾ ਹੈ ਉਹ ਅਦ੍ਰਿਸ਼, ਜੋ ਦਿਖਾਈ ਨਹੀਂ ਦਿੰਦਾ, ਉਹ ਕਿਸੇ ਨੂੰ ਦਿਖਾਈ ਨਹੀਂ ਦਿੰਦਾ। ਜਿੰਨੀ ਮਰਜ਼ੀ ਕੋਈ ਬੰਦਾ ਵੇਦਾਂ ਦਾ ਵਿਚਾਰ ਕਰ ਲੇ, ਬ੍ਰਹਮਾ ਜਿੰਨੇ ਮਰਜ਼ੀ ਵਿਚਾਰ ਕਰ ਲੇ, ਲੇਕਿਨ ਪਰਮਾਤਮਾ ਨੂੰ ਨਹੀਂ ਦੇਖ ਸਕਦੇ। ਹੁਣ ਇਹ ਹੈਗਾ ਪਰਮਾਤਮਾ ਦੇ ਅਲੱਖ ਹੋਣ ਦੇ ਸੰਬੰਧ ਵਿੱਚ। ਹੁਣ ਜਿਹੜਾ ਪਰਮਾਤਮਾ ਹੈ ਅਭੇਦ ਕਹਿੰਦਾ ਜਿਸ ਦੇ ਕੋਈ ਭੇਦ ਨਹੀਂ ਖੋਲ ਸਕਦਾ। ਅਗਰ ਕੋਈ ਵੀ ਇਨਸਾਨ ਪਰਮਾਤਮਾ ਦੇ ਸੰਬੰਧ ਵਿੱਚ ਕੁਝ ਕਹਿੰਦਾ ਹੈ ਤਾਂ ਝੂਠ ਬੋਲਦਾ ਹੈ, ਕਿਉਂ? ਪਰਮਾਤਮਾ ਦੇ ਭੇਦ ਨਹੀਂ ਖੋਲੇ ਜਾ ਸਕਦੇ। ਪਰਮਾਤਮਾ ਅਭੇਦ ਹੈ। ਜੈ ਅਛਲ ਅਛੇਦ ਅਭੇਦ ਸਮਾਇਆ, ਉਹਾਂ ਕਿਸੇ ਵਿਆਪਤ ਮਾਇਆ। ਕਿੱਥੇ ਜਿਹੜੀ ਇਨਸਾਨ ਦੇ ਅੰਦਰ, ਮਨ ਦੇ ਅੰਦਰ ਗੁੱਝਾ ਰਤਨ ਰੱਖਿਆ ਹੈ ਪਰਮਾਤਮਾ, ਜਿੱਥੇ ਅੰਦਰ ਗੁਫਾ ਹੈ, 10ਵਾਂ ਦੁਆਰ ਹੈ, ਉੱਥੇ ਕੌਣ ਵਸਿਆ ਹੋਇਆ? ਅਛਲ। ਪਰਮਾਤਮਾ ਜਿਹੜਾ ਹੈ ਅਛਲ ਹੈ, ਉਸ ਨੂੰ ਕੋਈ ਨਹੀਂ ਛਲ ਸਕਦਾ। ਪਰਮਾਤਮਾ ਸਭ ਕੁਝ ਜਾਣਦਾ ਹੈ, ਪਰਮਾਤਮਾ ਦੇ ਹੱਥ ਸਭ ਕੁਝ ਹੈ, ਉਸ ਨੂੰ ਕੋਈ ਨਹੀਂ ਛਲ ਸਕਦਾ। ਅਭੇਦ ਦਾ ਮਤਲਬ ਅਛੇਦ, ਜਿਸ ਨੂੰ ਛੇਦਿਆ ਨਹੀਂ ਜਾ ਸਕਦਾ। ਅਭੇਦ ਜਿਸ ਦੇ ਭੇਦ ਕੋਈ ਨਹੀਂ ਖੋਲ ਸਕਦਾ। ਉਹਾਂ ਕਿਸੇ ਵਿਆਪਤ ਮਾਇਆ। ਜਦੋਂ ਪਰਮਾਤਮਾ ਆਪਣੀ ਰੌਸ਼ਨੀ ਦਿੰਦਾ ਹੈ, ਪਰਮਾਤਮਾ ਨੂੰ ਮਾਇਆ ਨਹੀਂ ਵਿਆਪ ਸਕਦੀ, ਉਹ ਮਾਇਆ ਤੋਂ ਅਲਿਪਤ ਰਹਿੰਦਾ ਹੈ। ਲੇਕਿਨ ਜਿਸ ਇਨਸਾਨ ਨੂੰ ਪਰਮਾਤਮਾ ਆਪਣੀ ਰੌਸ਼ਨੀ ਦੇ ਦਿੰਦਾ ਹੈ, ਉਹ ਵੀ ਜਿਹੜਾ ਹੈ ਮਾਇਆ ਤੋਂ ਅਲਿਪਤ ਹੋ ਜਾਂਦਾ ਹੈ, ਉਸ ਨੂੰ ਮਾਇਆ ਪ੍ਰਭਾਵਿਤ ਨਹੀਂ ਕਰ ਸਕਦੀ। ਕਿਹੋ ਨਾ ਜਾਈ ਇਹੋ ਚੰਬੋ, ਸੋ ਜਾਣੇ ਜਿਨ ਚਾਖਿਆ। ਕਿੰਨਾ ਵਧੀਆ ਲਿਖਿਆ ਹੋਇਆ ਹੈ। ਕਿਹੋ ਨਾ ਜਾਈ, ਕਿਹਾ ਨਹੀਂ ਜਾ ਸਕਦਾ। ਇਹ ਅਚੰਭੋ, ਜਿਹੜਾ ਅਚੰਭਾ ਹੈ, ਅਭੇਦ ਹੈ, ਇਹ ਜਿਹੜੀ ਮਿਸਟੀਰੀਅਸ ਹੈ, ਉਸ ਬਾਰੇ ਕੋਈ ਕੁਛ ਨਹੀਂ ਦੱਸ ਸਕਦਾ। ਸਿਰਫ ਉਹੀ ਇਨਸਾਨ ਜਾਣਦੇ ਨੇ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਸਵਾਦ ਚੱਖ ਲਿਆ, ਪਰੰਤੂ ਉਹ ਕਿਸੇ ਨੂੰ ਦੱਸ ਨਹੀਂ ਸਕਦੇ। ਪਰਮਾਤਮਾ ਦੱਸਣ ਯੋਗ ਨਹੀਂ ਹੈ। ਹਰ ਹਰ ਕਥਾ ਬਣੀ ਅਤ ਮਿੱਠੀ, ਜੋ ਗੂੰਗਾ ਗਟਕ ਸਮਾਰੇ। ਪਰਮਾਤਮਾ ਦੀ ਜਿਹੜੀ ਕਥਾ ਹੈ, ਪਰਮਾਤਮਾ ਨੂੰ ਜੋ ਦੇਖ ਲੈਂਦਾ ਹੈ, ਉਹ ਇੰਨੀ ਮਿਠਾਸ ਹੈ ਉਸ ਦੇ ਅੰਦਰ, ਉਸ ਨੂੰ ਸਾਰੇ ਜਿਹੜੇ ਸਵਾਦ ਨੇ, ਸਾਰੇ ਰਸ ਨੇ ਜਿਹੜੇ ਖਤਮ ਹੋ ਜਾਂਦੇ ਨੇ। ਇਹ ਹੈ ਗੂੰਗੇ ਦੀ ਮਠਿਆਈ। ਜਿਵੇਂ ਗੂੰਗਾ ਗਟਕ ਸਮਾਰ, ਜਿੱਦਾਂ ਗੂੰਗਾ ਖਾ ਲੈਂਦਾ ਮਠਿਆਈ, ਉਹ ਦੱਸ ਨਹੀਂ ਸਕਦਾ। ਪਰਮਾਤਮਾ ਦਾ ਸਵਾਦ ਵੀ ਇਸੇ ਤਰ੍ਹਾਂ ਦਾ ਹੀ ਹੈ। ਜੋ ਵੀ ਇਨਸਾਨ ਉਸ ਦਾ ਪਰਮਾਤਮਾ ਦਾ ਸਵਾਦ ਚੱਖ ਲਏਗਾ, ਉਹ ਨਹੀਂ ਦੱਸ ਸਕਦਾ, ਪਰਮਾਤਮਾ ਦੇ ਸੰਬੰਧ ਵਿੱਚ ਕੁਛ ਨਹੀਂ ਦੱਸ ਸਕਦਾ। ਸੋਈ ਅਜਾਨ ਕਹੇ ਮੈਂ ਜਾਣਾ, ਜਾਣਨ ਹਾਰ ਨਾ ਜਾਣਾ ਰੇ। ਜਿਹੜਾ ਇਨਸਾਨ ਇਹ ਕਹਿੰਦਾ ਹੈ ਮੈਂ ਪਰਮਾਤਮਾ ਨੂੰ ਜਾਣਦਾ ਹਾਂ ਜਾਂ ਜਾਣ ਲਿਆ ਹੈ, ਉਹ ਬਿਲਕੁਲ ਝੂਠ ਬੋਲਦਾ ਹੈ। ਕੋਈ ਇਨਸਾਨ ਪਰਮਾਤਮਾ ਨੂੰ ਨਹੀਂ ਜਾਣ ਸਕਦਾ, ਨਹੀਂ ਸਮਝ ਸਕਦਾ। ਹਾਂ, ਜਦੋਂ ਉਹ ਆਪਣੀ ਸਮਝ ਛੱਡ ਦੇਗਾ ਤਾਂ ਉਸ ਦੀ ਸਮਝ ਵਿੱਚ ਇੰਨਾ ਹੀ ਆਏਗਾ ਵੀ ਸਮਝ ਦੇ ਵਿੱਚ ਨਹੀਂ ਆਇਆ। ਸਾਡੀ ਸਮਝ ਉਸ ਨੂੰ ਨਹੀਂ ਸਮਝ ਸਕਦੀ ਜੋ ਸਾਡੀ ਸਮਝ ਤੋਂ ਪਰੇ ਹੈ। ਜਿਹੜਾ ਸਾਰਿਆਂ ਦੀ ਜਾਣਦਾ ਹੈ, ਜਿਹੜਾ ਅੰਤਰਜਾਮੀ ਹੈ, ਜਿਸ ਦੇ ਹੱਥ ਵਿੱਚ ਸਾਰਿਆਂ ਦੀ ਡੋਰ ਹੈ, ਉਸ ਨੂੰ ਕੌਣ ਇਨਸਾਨ ਸਮਝ ਸਕਦਾ ਹੈ? ਜੋ ਮੈंने ਹੁਣ ਇਹ ਵੀਡੀਓ ਪਰਮਾਤਮਾ ਦੇ ਸੰਬੰਧ ਵਿੱਚ 4 ਸ਼ਬਦਾਂ ਬਾਰੇ ਜ਼ਿਕਰ ਕੀਤਾ ਹੈ, ਉਹ ਹੈ ਅਕਥ, ਜਿਹਦੀ ਕੋਈ ਕਥਾ ਨਹੀਂ ਕਰ ਸਕਦਾ, ਅਭੇਦ, ਜਿਹਦੇ ਕੋਈ ਭੇਦ ਨਹੀਂ ਖੋਲ ਸਕਦਾ, ਬੇਅੰਤ, ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ, ਅਲਖ, ਜੋ ਦਿਖਾਈ ਨਹੀਂ ਦਿੰਦਾ। ਅਗਰ ਇਸ ਤੋਂ ਇਲਾਵਾ ਪਰਮਾਤਮਾ ਦੇ ਸੰਬੰਧ ਵਿੱਚ ਕੋਈ ਵੀ ਤੁਹਾਨੂੰ ਕੋਈ ਇਨਸਾਨ ਕੁਛ ਦੱਸੇ ਤਾਂ ਸਮਝ ਲਿਓ ਵੀ ਉਹ ਝੂਠ ਬੋਲਦਾ ਹੈ। ਪਰਮਾਤਮਾ ਗੱਲਾਂ ਤੋਂ, ਦੱਸਣ ਤੋਂ, ਸਾਰੀਆਂ ਚੀਜ਼ਾਂ ਤੋਂ, ਸ਼ਬਦਾਂ ਤੋਂ, ਹਰ ਕਿਸ ਚੀਜ਼ ਤੋਂ ਪਰੇ ਹੈ।